जिन्नियां साडियां नेबरिंग स्टेट है ऑल ओवर इंडिया चल रहा नॉन वूवन फैब्रिक जी। और अपने नेबरिंग स्टेटां साडे कोल आर्डर ने, हरियाणे के आर्डर ने, हिमाचल के आर्डर ने, कोई जिहड़ा पंजाब ही मेन सूबा है या लुधियाना ही मेन लीडिंग इंडस्ट्री है जिहड़ी सारियां स्टेटां की सप्लाई हो रही है, वो साडा बिल्कुल चौपट हो गया काम अज की डेट 'ਚ। कोविड के अंदर यही वोवन प्लास्टिक ਦੀਆਂ किट्टां बनदियां रहियां, एक्सपोर्ट ਹੁੰਦੀਆਂ रहियां और सारे हिंदुस्तान 'ਚ इस्तेमाल ਹੁੰਦੀਆਂ रहियां। तो अज ये गलत कित्थों हो गया? ਜਿਹੜਾ ਦਿੱਲੀ ਸਰਕਾਰ ਨੇ 60 GSM ਤੋਂ ਉੱਪਰ ਮੋਟਾ ਜੋ ਨੌਨ ਵੋਵਨ ਪਾਸ ਕੀਤਾ ਹੋਇਆ ਹੈ ਉੱਥੇ ਸਾਰਾ ਇਹ ਚੱਲ ਰਿਹਾ ਹੈ, ਲੇਕਿਨ ਸਿਰਫ ਪੰਜਾਬ ਸਰਕਾਰ ਨੇ ਇਹਨੂੰ ਟੋਟਲੀ ਇਹ ਵੀ ਪਲਾਸਟਿਕ ਹੈ ਜੀ, ਇਹ ਵੀ ਕੈਰੀ ਬੈਗ ਨਹੀਂ ਹੈ, ਉਹਨੂੰ ਬਸ ਟੋਟਲੀ ਪਲਾਸਟਿਕ ਵਿੱਚ ਲੈ ਕੇ ਇਸ ਨੂੰ ਇੱਕ ਬੈਨ ਕਰਨ ਦਾ ਪੂਰਾ ਆਪਣਾ ਉਪਰਾਲਾ। ਅਤੇ ਇਸ ਲਈ ਫੈਕਟਰੀਆਂ ਨੂੰ ਤਾਲੇ ਲਗਾਏ ਜਾ ਰਹੇ ਨੇ, ਫੈਕਟਰੀਆਂ ਕਨੈਕਸ਼ਨ ਕੱਟੇ ਜਾ ਰਹੇ ਨੇ ਸਿਰਫ ਇਸ ਕਰਕੇ ਵੀ ਇਹ ਜਿਹੜਾ ਨੌਨ ਵੋਵਨ ਹੈ ਇਹ ਪਲਾਸਟਿਕ ਹੈ, ਜਦਕਿ ਜਿਹੜੇ ਆਉਂਦੇ ਨੇ ਚੈੱਕ ਕਰਨ ਵਾਸਤੇ ਉਹਨਾਂ ਨੂੰ ਆਪ ਨਹੀਂ ਪਤਾ ਪਲਾਸਟਿਕ ਹੈ ਜਾਂ ਕਿ ਨੌਨ ਵੋਵਨ ਫੈਬਰਿਕ ਹੈ। ਮੈਨੂੰ ਇਹਨਾਂ ਨੇ ਜਿਹੜੇ ਡਾਕੂਮੈਂਟਸ ਦਿੱਤੇ ਨੇ ਇਹਨਾਂ ਨੂੰ ਹੁਣ ਅਸੀਂ ਆਫਿਸ ਜਾ ਕੇ ਐਗਜ਼ਾਮਿਨ ਕਰਕੇ ਤੇ ਇਹਨਾਂ ਨਾਲ ਡਿਸਕਸ ਕਰਕੇ ਤੇ ਮੋਸਟ ਲਾਈਕਲੀ ਅੱਜ ਹੀ ਅਸੀਂ ਜਿਹੜਾ ਇਹਨਾਂ ਦਾ ਪ੍ਰਪੋਜ਼ਲ ਫਾਰਵਰਡ ਕਰ ਦਾਂਗੇ ਗਵਰਨਮੈਂਟ ਨੂੰ। ਪ੍ਰਾਈਮ ਉਹਦੇ ਦੇਖ ਸਰ ਦਾ ਸਵਾਗਤ ਹੈ। ਸੋ ਦੋਸਤੋ ਜਿਹੜੇ ਜਗਰਾਵਾਂ ਵਾਲੇ ਪੁਲ ਦੇ ਉੱਤੇ ਖੜੇ ਆ ਜਿੱਥੇ ਅੱਜ ਤੁਹਾਨੂੰ ਪਿੱਛੇ ਦਿਖਾ ਦਈਏ ਕਿ ਐਸੋਸੀਏਸ਼ਨ ਆਫ ਪੰਜਾਬ ਟੈਕਨੀਕਲ ਟੈਕਸਟਾਈਲ ਨੌਨ ਵੂਮਨ ਫੈਬਰਿਕਸ ਐਂਡ ਬੈਗਸ ਦਾ ਜਿਹੜਾ ਕਿ ਇੱਥੇ ਐਸੋਸੀਏਸ਼ਨ ਵਾਲੇ ਦਾ ਲੋਗੋ ਪੜ ਖੜੇ, ਨੌਜਵਾਨ ਵੀ ਖੜੇ ਆ, ਪੰਜਾਬ ਗੌਰਮੈਂਟ ਮੁਰਦਾਬਾਦ ਤੇ ਹੋਰ ਸਾਰੇ ਬਹੁਤ ਸਾਰੇ ਜਿਹੜੇ ਸਲੋਗਨ ਲੈ ਕੇ ਖੜੇ ਨੇ। ਸੋ ਇੱਧਰ ਜੇ ਗੱਲ ਕਰੀਏ ਤਾਂ ਸਾਡੇ ਬੀਜੇਪੀ ਦੇ ਆਗੂ ਜਿਹੜੇ ਕਿ ਸਿੰਗਲ ਸਾਹਿਬ ਇੱਥੇ ਪਹੁੰਚ ਚੁੱਕੇ ਨੇ, ਹੋਰ ਵੀ ਜਿਹੜੇ ਕਿ ਇੱਥੇ ਐਸੋਸੀਏਸ਼ਨ ਦੇ ਮੈਂਬਰ ਨੇ। ਸਿੰਗਲ ਸਾਹਿਬ ਇੱਥੇ ਪਹੁੰਚੇ ਹੋਏ ਦਾ ਜਿਹੜਾ ਕਾਰਨ ਹੈ ਕਿਉਂਕਿ ਇੱਕ ਹੱਥ 'ਚ ਇੱਥੋਂ ਲੋਗੋ ਵੀ ਫੜੇ ਹੋਏ ਸੀਗੇ, ਤੁਸੀਂ ਤੁਹਾਡੇ ਹੱਥ 'ਚ ਆ ਵੀ ਜਿਹੜਾ ਦਿੱਲੀ ਦੇ ਵਿੱਚ ਵੀ ਪਾਸ ਆ, ਹਰਿਆਣਾ ਵਿੱਚ ਵੀ ਪਾਸ ਆ, ਜਿਹੜਾ ਇੱਥੇ ਬੈਗਸ ਦੇ ਉੱਤੇ ਲਾਈ ਪਾਬੰਦੀ, ਪਰ ਪੰਜਾਬ ਦੇ ਵਿੱਚ ਪਾਬੰਦੀ ਹੈ। देखो ये तुसी आप दे आप कहता भी ये सब किते पास है और कोविड के अंदर यही वोवन प्लास्टिक ਦੀਆਂ किट्टां बनदियां रहियां, एक्सपोर्ट ਹੁੰਦੀਆਂ रहियां और सारे हिंदुस्तान 'ਚ इस्तेमाल ਹੁੰਦੀਆਂ रहियां। तो अज ये गलत कित्थों हो गया जी? मास्क दे बंदे रहे, अज ये गलत किते ये तो नहीं कि पीछे नीयत कुछ और है जी। ਵਪਾਰੀਆਂ ਨੂੰ ਦਬਕੇ ਮਾਰ ਕੇ ਉਹਨਾਂ ਤੋਂ ਪੈਸੇ ਇਕੱਠੇ ਕਰ ਰਹੇ ਆ। ਜੇ ਵਪਾਰੀ ਆਪਣੀ ਸਮੱਸਿਆ ਤੁਹਾਡੇ ਕੋਲ ਲੈ ਕੇ ਜਾਂਦਾ ਕਹਿੰਦਾ ਵੀ ਬਾਕੀ ਸਟੇਟਾਂ 'ਚ ਹਾਲ ਹੈ ਤਾਂ ਤੁਸੀਂ ਕਹਿੰਦੇ ਹੋ ਨਹੀਂ ਸਾਨੂੰ ਨਹੀਂ ਪਤਾ, ਅਸੀਂ ਤਾਂ ਤੁਹਾਡੀਆਂ ਫੈਕਟਰੀਆਂ ਬੰਦ ਕਰਾ ਦਾਂਗੇ। ਪੰਜਾਬ ਦਾ ਮਾਹੌਲ ਰੱਬ ਦਾ ਵਾਸਤਾ ਨਾ ਵਿਗਾੜੋ, ਪੰਜਾਬ ਦਾ ਮਾਹੌਲ ਬਹੁਤ ਖਰਾਬ ਹੈ। ਨਸ਼ੇੜੀ ਖੋਹ ਕਰ ਰਹੇ ਆ, ਗੈਂਗਸਟਰ ਲੋਕਾਂ ਤੋਂ ਪੈਸੇ ਮੰਗ ਰਹੇ ਆ। ਲੁਧਿਆਣੇ 'ਚ ਲਗਭਗ 300 ਕੇਸ ਐਸੇ ਅੱਜ ਦੇ ਦਿਨ 'ਚ ਪੰਜਾਬ ਪੁਲਿਸ ਕੋਲ ਦੱਸਿਆ ਨਾ ਜਿਹੜੇ ਗੈਂਗਸਟਰ ਕਿਸੇ ਨਾ ਕਿਸੇ ਰੂਪ 'ਚ ਪੈਸੇ ਮੰਗ ਰਹੇ, ਜਿਹੜੇ ਦਰਜ ਕੇਸ ਆ, ਜਿਹੜੇ ਚੁੱਪਚਾਪ ਵਪਾਰੀ ਜਾ ਕੇ ਡਰਦੇ ਮਾਰੇ ਦੇ ਆਏ, ਉਹ ਇੱਕ ਅਲੱਗ ਗੱਲ ਹੈ। ਔਰ ਦੂਜੀ ਇੱਕ ਪਾਸੇ ਤਾਂ ਉਹ ਤਸ਼ੱਦਦ ਵਪਾਰੀ ਭੋਗ ਰਿਹਾ ਜੀ। ਤੁਸੀਂ ਉਹਨਾਂ ਨੂੰ ਤਾਂ ਕੀ ਸੰਭਾਲਣਾ, ਪੰਜਾਬ ਦੇ ਅਮਨ ਅਮਾਨ ਨੂੰ ਤਾਂ ਕੀ ਸੰਭਾਲਣਾ। ਇਸ ਤਰ੍ਹਾਂ ਦੇ ਰਸਤੇ ਤੇ ਤੁਰ ਪਏ, ਵਪਾਰੀ ਨੂੰ ਤੰਗ ਕਰਨਾ ਸ਼ੁਰੂ ਕਰਤਾ ਔਰ ਫਿਰ ਉੱਤੇ ਦੀ ਕਹਿੰਦੇ ਅਸੀਂ ਤੁਹਾਨੂੰ ਤਾਲੇ ਲਵਾ ਦਾਂਗੇ ਤੁਹਾਡੀ ਫੈਕਟਰੀਆਂ ਨੂੰ। ਇਹ ਗੱਲ ਆਪਣੇ ਦਿਮਾਗ 'ਚੋਂ ਕੱਢ ਦੇਣ। भारतीय जनता पार्टी हमेशा व्यापारियों लिए खड़ी है, व्यापारियों नाल खड़ी है। अगर इस किस्म की कोई भी घिनौना कार्यक्रम सरकार करूगी तो व्यापारियों फैक्ट्रियों तो ताले ला नहीं देवांगे, तुहानूं घरां चों बाहर नहीं निकलन देवांगे। ਪਰ ਜਿਹੜਾ ਇੱਕ ਵੱਡਾ ਸਵਾਲ ਇੱਥੇ ਵੀ ਨਾ ਦਿੱਲੀ ਮਾਡਲ ਦੇਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ, ਪਰ ਦਿੱਲੀ ਵਿੱਚ ਤਾਂ ਪਾਸ ਆ, ਫਿਰ ਇੱਥੇ ਵਪਾਰੀਆਂ ਨੂੰ ਆਉਂਦੇ ਕਿਉਂ ਢਾਹ ਲਾ ਦਿੱਤੀ? देखो एक बदकिस्मती है कि दिल्ली जिहड़ी है उत्ते 75% जिहड़ा खर्चा है वो केंद्र सरकार का है, समझिए। और यहो ਜਿਹੇ कानून भी ਜਿਹੜੇ ਉਹ ਕੇਂਦਰ ਸਰਕਾਰ ਦੇ ਹਿਸਾਬ ਨਾਲ ਬਣੇ ਹੋਏ। ਇਹ ਠੀਕ ਹੈ, ਫੈਡਰਲ ਸਿਸਟਮ ਹੈ, ਲੇਕਿਨ ਉੱਥੇ ਉਹਨਾਂ ਦੀ ਉਨੀ ਚੱਲਦੀ ਨਹੀਂ। ਜਿਸ ਕਿਸਮ ਦਾ ਰਾਜ ਉੱਥੇ ਚਲਾਉਂਦੇ ਉੱਥੇ ਕਮਾਈ ਜ਼ਿਆਦਾ, ਖਰਚਾ ਸੈਂਟਰ ਗਵਰਨਮੈਂਟ ਨੇ ਮੈਕਸਿਮਮ ਕਰਨਾ। ਇਸ ਕਰਕੇ ਉੱਥੇ ਔਰ ਇੱਥੇ ਦਾ ਫਰਕ ਹੈ। ਲੇਕਿਨ ਵਪਾਰੀ ਕਿਤੇ ਵੀ ਦੁਖੀ ਨਹੀਂ ਹੋਣਾ ਚਾਹੀਦਾ। ਦਿੱਲੀ 'ਚ ਵੀ ਜਿਹੜਾ ਇਹ ਸਾਰਾ ਠੀਕ ਸਿਸਟਮ ਚੱਲ ਰਿਹਾ ਨਾ ਉਹ ਕੇਂਦਰ ਸਰਕਾਰ ਕਰਕੇ ਚੱਲ ਰਿਹਾ, ਕਿ ਕੇਜਰੀਵਾਲ ਕਰਕੇ ਨਹੀਂ ਚੱਲ ਰਿਹਾ। ਇਸ ਕਰਕੇ ਜਦ ਉੱਥੇ ਠੀਕ ਹੈ ਤਾਂ ਇੱਥੇ ਵੀ ਠੀਕ ਹੈ। ਗੱਲ ਚੀਜ਼ ਸਾਡੇ ਨਾਲ ਦੀਆਂ ਸਟੇਟਾਂ ਦਾ ਹੀ ਸਾਰਾ ਨਾਮ ਹੈ, ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ, ਜੰਮੂ ਕਸ਼ਮੀਰ ਔਰ ਪੰਜਾਬ ਦੇ ਵਿੱਚ ਤੁਸੀਂ ਆ ਕੇ ਪੰਗਾ ਪਾ ਲਿਓ, ਬੈਨ ਕਰ ਰਹੇ ਹੋ। ਇੱਕ ਵਾਰ ਇਹਨੂੰ ਇੱਧਰ ਨੂੰ ਕਰੋ, ਮੈਂ ਤੁਹਾਨੂੰ ਇੱਕ ਇਹਦੇ ਵਿੱਚੋਂ ਵੀ ਇੱਕ ਸਵਾਲ ਪੁੱਛਣਾ ਚਾਹੁੰਦਾ। ਸਿੰਗਲ ਸਾਹਿਬ, ਗੁਜਰਾਤ ਦੇ ਵਿੱਚ ਵੀ ਚੋਣਾਂ ਚੱਲਦੀਆਂ, ਹਿਮਾਚਲ ਦੇ ਵਿੱਚ ਵੀ ਚੱਲਦੇ ਪਿਆ, ਪਰ ਹਿਮਾਚਲ ਦੇ ਵਿੱਚ ਡੰਕਾ ਵਜਾਉਂਦੇ ਪਏ, ਉੱਥੇ ਰਿਜ਼ਲਟ ਇਹਨਾਂ ਦੇ ਬਿਲਕੁਲ ਵਿਪਰੀਤ ਆ ਰਹੇ, 0 ਸੀਟਾਂ ਤੱਕ ਜਿਹੜੇ ਰਿਜ਼ਲਟ ਆ ਰਹੇ ਆ, ਇਨਫੋਰਮੇਸ਼ਨ ਆ ਰਹੀ ਜਾ ਰਹੀਆਂ। ਗੁਜਰਾਤ ਦੇ ਵਿੱਚ ਇੱਕਾ ਦੁੱਕਾ ਲੈ ਜਾਣਗੇ, ਪਰ ਗੁਜਰਾਤ 'ਚ ਇਹ ਗੱਲਾਂ ਕਹਿਣਗੇ ਵੀ ਅਸੀਂ ਨਵੇਂ ਸੀ, ਪਰ ਜਿਹੜਾ ਸਾਡਾ ਬਿਲਕੁਲ ਨਾਲ ਦਾ ਸੂਬਾ ਆ ਹਿਮਾਚਲ, ਉਹਦੇ ਵਿੱਚੋਂ ਜਿਹੜੀ ਇਹਨਾਂ ਦੀ ਰਿਪੋਰਟ ਆ ਰਹੀ ਆ ਉਹਨੂੰ ਕਿਉਂ ਨਹੀਂ ਬਿਆਨ ਕਰਨਗੇ, ਉਹਦੇ ਬਾਰੇ ਵੀ ਥੋੜ੍ਹਾ ਚਾਨਣ। ਦੇਖੋ ਅੱਜ ਦਾ ਵਿਸ਼ਾ ਨਹੀਂ ਹੈ, ਕਿਤੇ ਨਹੀਂ ਗੱਲ ਕਰਨੀ ਚਾਹੀਦੀ। ਕੱਲ ਰਿਜ਼ਲਟ ਤੁਹਾਡੇ ਸਾਹਮਣੇ ਪਰਸੋਂ ਆ ਜਾਣਗੇ, ਲੋਕ ਜਵਾਬ ਮੰਗਣਗੇ, ਤੁਸੀਂ ਮੰਗਿਓ ਦੇਣਗੇ, चिंता नहीं। इब्तदा इश्क होता है क्या आगे आगे देखिए होता है, अपने मुंह अपने सामने। थैंक यू। सो दस दिए कि जी सरकार जनता की हमायती बन के आई सी, अज उही जनता नूं परेशान करते लगी हुई आ। से नो टू एंटी बिजनेस स्ट्रैटजी,
ਕਿ ਜਿਹੜੇ ਬਿਜ਼ਨਸ ਨੂੰ ਆਉਣ ਦੀ ਢਾਲ ਲਾਈਆਂ ਗਈਆਂ 60 GSM से अधिक नॉन वूमन बैग एकल यूज़ प्लास्टिक में नहीं आता है। ये 60 GSM का की माध्यम है, थोड़ा ब्रीफली करूँगा क्योंकि असी इस नहीं ब्रीफ जानते कि 60 GSM का की माध्यम है। ਜਿਹੜਾ ਦਿੱਲੀ ਸਰਕਾਰ ਨੇ 60 GSM ਤੋਂ ਉੱਪਰ ਮੋਟਾ ਜੋ ਨੌਨ ਵੋਵਨ ਪਾਸ ਕੀਤਾ ਹੋਇਆ ਜੀ। ਹੈ ਉੱਥੇ ਸਾਰਾ ਇਹ ਚੱਲ ਰਿਹਾ ਹੈ, ਲੇਕਿਨ ਸਿਰਫ ਪੰਜਾਬ ਸਰਕਾਰ ਨੇ ਇਹਨੂੰ ਟੋਟਲੀ, ਇਹ ਵੀ ਪਲਾਸਟਿਕ ਹੈ ਜੀ, ਇਹ ਵੀ ਕੈਰੀ ਬੈਗ ਨਹੀਂ ਹੈ, ਉਹਨੂੰ ਬਸ ਟੋਟਲੀ ਪਲਾਸਟਿਕ ਵਿੱਚ ਲੈ ਕੇ ਇਸ ਨੂੰ ਵੀ ਇੱਕ ਬੈਨ ਕਰਨ ਦਾ ਪੂਰਾ ਆਪਣਾ ਉਪਰਾਲਾ। ਤੇ ਇਸ ਵੇਲੇ ਫੈਕਟਰੀਆਂ ਨੂੰ ਤਾਲੇ ਲਗਾਏ ਜਾ ਰਹੇ ਨੇ, ਫੈਕਟਰੀਆਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ, ਸਿਰਫ ਇਸ ਕਰਕੇ ਵੀ ਇਹ ਜਿਹੜਾ ਨੌਨ ਵੋਵਨ ਹੈ ਇਹ ਪਲਾਸਟਿਕ ਹੈ, ਜਦਕਿ ਜਿਹੜੇ ਆਉਂਦੇ ਨੇ ਚੈੱਕ ਕਰਨ ਵਾਸਤੇ ਉਹਨਾਂ ਨੂੰ ਆਪ ਨਹੀਂ ਪਤਾ ਪਲਾਸਟਿਕ ਹੈ ਜਾਂ ਕਿ ਨੌਨ ਵੋਵਨ ਫੈਬਰਿਕ ਹੈ। ਜੀ। ਇਹ ਫੈਬਰਿਕ ਜਿਹੜਾ ਫੈਕਟਰੀਆਂ ਬਣਿਆ ਹੈ, ਟੈਕਸਟਾਈਲ ਫੈਕਟਰੀਆਂ ਬਣਿਆ ਹੈ ਜੀ। लगता नहीं जल्दबाजी से सारे फैसले लेते जा रहे हैं, कोई तालमेल नहीं बैठ रहा क्योंकि कई चीज़ों के देखने को मिल रहा है ਇੱਕੋ ਦਮ ਆਉਂਦੇ ਰਿਜ਼ਲਟ ਚੌਕੇ ਛੱਕੇ ਆ, ਪਰ ਉਹ ਚੌਕੇ ਛੱਕੇ ਜਿਨ੍ਹਾਂ ਨੇ ਲੱਗਣੇ ਸੀ ਉਹਨਾਂ ਨੂੰ ਤਾਂ ਲੱਗ ਗਏ, ਪਰ ਜਿਹੜੇ ਆਮ ਨਾਲ ਬੰਦਾ ਕਹਿੰਦੇ ਆਟੇ ਨਾਲ ਘੁਣ ਵੀ ਪਿਸ ਜਾਂਦਾ। ਉਹੀ ਹਾਲ ਹੈ ਜੀ, ਬਗੈਰ ਗੱਲੋਂ ਇਹਨਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ। ਬਾਕੀ ਚਾਹੇ ਦੇਖੋ ਤੁਹਾਡੇ ਸਾਹਮਣੇ ਲਿਖਿਆ ਹੈ ਵੀ ਬਾਕੀ ਸਭ ਥਾਂ 'ਤੇ ਪਾਸ ਹੈ, ਲੇਕਿਨ ਗੌਰਮੈਂਟ ਇਹਨੇ ਪੰਜਾਬ ਵਿੱਚ ਸਿਰਫ ਬੈਨ ਕੀਤਾ ਹੋਇਆ ਹੈ। ਜੀ। ਸਾਨੂੰ ਬਗੈਰ ਗੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਾਡੀ ਜਿਹੜੀ ਫੈਕਟਰੀਆਂ, ਸਾਡੀਆਂ ਦੁਕਾਨਾਂ ਇਸ ਵੇਲੇ ਬਹੁਤ ਪਰੇਸ਼ਾਨ ਆ ਸੀ। ਰੋਜ਼ ਆ ਕੇ ਇੱਥੇ ਸਾਡੇ ਸਾਹਮਣੇ ਗੱਡੀਆਂ ਆ ਜਾਂਦੀਆਂ ਨੇ, ਸਾਡੇ ਸਾਹ ਸੁੱਕ ਜਾਂਦੇ ਨੇ, ਕਿਉਂਕਿ ਸਾਨੂੰ ਇਹ ਪਤਾ ਲੈ ਵੀ ਆਪਣਾ ਲੈ ਹੁਣ ਕੈਰੀ ਬੈਗ ਬੈਨ ਹੈ, ਸਾਨੂੰ ਇੱਥੋਂ ਤੱਕ ਕਿ ਸਾਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਤਾਂ ਕਿ ਇਹਨਾਂ ਕੋਲ ਜਿਹੜਾ ਸਾਨੂੰ ਬਗੈਰ ਗੱਲੋਂ ਪਰੇਸ਼ਾਨ ਕੀਤਾ ਜਾਂਦਾ ਹੈ। ਕਿੰਨੇ ਘੰਟੇ ਅਸੀਂ ਪਰੇਸ਼ਾਨ ਰਹਿੰਦੇ ਹਾਂ, ਸਾਡੇ ਦਿਮਾਗ 'ਤੇ ਜੋ ਹੈ ਟੈਨਸ਼ਨ ਬਣ ਜਾਂਦੀ ਹੈ। ਜੀ। तो किन्ने के ਤੁਹਾਡੇ ਨਾਲ ਇਹਦੇ ਨਾਲ ਕਾਰੋਬਾਰੀ ਪ੍ਰਭਾਵਿਤ ਹੋਏ, ਕਿੰਨੀ ਕਿ ਲੇਬਰ ਪ੍ਰਭਾਵਿਤ ਹੋ ਰਹੀ ਹੈ? ਫੈਕਟਰੀਆਂ ਵਿੱਚ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ। ਫੈਕਟਰੀਆਂ ਵਿੱਚ ਇੱਕ ਫੈਕਟਰੀ ਵਿੱਚ 70 ਬੰਦੇ ਕੰਮ ਕਰਦੇ ਨੇ। ਬਿਜਲੀ ਬੋਰਡ ਦੇ ਵਿੱਚ ਗਲੋਬ ਜੀ 70 ਬੰਦੇ ਇੱਕ ਫੈਕਟਰੀ ਕੰਮ ਕਰਦੇ ਨੇ। 100 ਤੋਂ ਜ਼ਿਆਦਾ ਇੰਡਸਟਰੀ ਇਨਵੋਲਵ ਹੈ ਜੀ, ਔਰ ਕੱਲੀ ਇੰਡਸਟਰੀ 'ਚ 50 ਤੋਂ 100 ਬੰਦੇ ਕੰਮ ਕਰਦੇ ਪਏ ਆ। ਅੱਗੇ ਦੀ ਅੱਗੇ ਪ੍ਰਿੰਟਰ ਸਾਡੇ ਨਾਲ 500 ਪ੍ਰਿੰਟਰ ਜੁੜਿਆ ਹੋਇਆ ਹੈ। ਫਿਰ ਜਿਹੜੇ ਘਰਾਂ 'ਚ ਲੇਡੀ ਸਿਲਾਈ ਕਰਦੀਆਂ ਉਹ ਸਾਡੇ ਨਾਲ ਜੁੜੀ ਹੋਈ ਹੈ। ਕੁੱਲ ਮਿਲਾ ਕੇ ਸਾਡੇ ਨਾਲ 5000 ਬੰਦਾ ਜੁੜਿਆ ਪਿਆ, ਜਿਹੜਾ ਕਿ ਬਿਲਕੁਲ ਬੇਰੋਜ਼ਗਾਰ ਹੋ ਜਾਏਗਾ ਅਗਰ ਸਰਕਾਰ ਇਸ ਨੂੰ ਕਾਲਾ ਕਾਨੂੰਨ ਵਾਪਸ ਨਾ ਲੈਂਦੀ ਤਾਂ। ਜੀ। ਸੋ ਦੱਸ ਦਈਏ ਕਿ ਜਦੋਂ ਕਿ ਪਲਾਸਟਿਕ ਬੈਨ ਹੋਇਆ ਸੀ ਉਹਦਾ ਕਾਰਨ ਵੀ ਬੇਸ਼ੱਕ ਅਸੀਂ ਵੀ ਕਹਿੰਦੇ ਆ ਬੈਨ ਹੋਣਾ ਚਾਹੀਦਾ ਸੀ, ਪਰ ਉਹਦਾ ਕੋਈ ਮਾਧਿਅਮ ਵੀ ਹੋਣਾ ਚਾਹੀਦਾ ਸੀ। ਜਿਹੜੇ ਵਪਾਰੀਆਂ ਨੇ ਕੰਮ ਖੋਲ੍ਹੇ ਆ, ਇੱਕੋ ਦਮ ਆਉਂਦੇ ਉਹਨਾਂ ਦੇ ਕਾਰੋਬਾਰ ਬੰਦ ਹੋਇਆ, ਉਹਨਾਂ ਦੇ ਨਾਲ ਕਿੰਨੇ ਪਰਿਵਾਰ ਪ੍ਰਭਾਵਿਤ ਹੋਣਗੇ ਉਹਦਾ ਮੁਆਇਨਾ ਕਰਨਾ ਚਾਹੀਦਾ ਸੀ, ਉਹਨਾਂ ਨੂੰ ਅਲਟੀਮੇਟ ਦੇਣਾ ਚਾਹੀਦਾ ਸੀ। ਪਰ ਆਉਂਦੇ ਹੀ ਧੜਾਧੜ ਜਿਹੜੀਆਂ ਬੰਦ ਕੀਤੇ ਬਿਜ਼ਨਸ ਉਹਨਾਂ ਦਾ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਪ੍ਰਭਾਵਿਤ ਹੋਇਆ ਆ। ਬੇਸ਼ੱਕ ਧਰਤੀ ਲਈ ਹਾਨੀਕਾਰਕ, ਪਰ ਉਹਦੀ ਵੀ ਕੋਈ ਮਾਤਰਾ ਹੁੰਦੀ ਜਿੱਦਾਂ ਕਿ ਇਹਨਾਂ ਨੇ ਲਿਖਿਆ ਸੀ 60 GSM। ਸੋ ਇੱਥੇ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਭਾਈ ਸਾਹਿਬ ਕੀ ਪੂਰਾ ਮਾਮਲੇ ਦੇ ਵਿੱਚ ਥੋੜਾ ਚਾਨਣ ਪਾਓਗੇ? ਪੂਰਾ ਮਾਮਲਾ ਪੂਰਾ ਇਹ ਹੈ ਜੀ, ਨੋਨ ਵੂਮਨ ਟੈਕਸਟਾਈਲ ਫੈਬਰਿਕ ਹੈ ਜਿਹੜਾ ਮਿਨਿਸਟਰੀ ਆਫ ਟੈਕਸਟਾਈਲ ਕਹਿ ਰਹੀ ਹੈ ਵੀ ਇਹ ਜਿਹੜਾ ਨੋਨ ਵੂਮਨ ਫੈਬਰਿਕ ਹੈ ਟੈਕਸਟਾਈਲ ਦੇ ਅੰਡਰ ਆਉਂਦਾ ਹੈ। ਜੀ। ਮਿਨਿਸਟਰੀ ਸਾਨੂੰ ਸਬਸਿਡੀ ਵੀ ਦੇ ਰਹੀ ਹੈ, ਟੈਕਸਟਾਈਲ ਮਿਨਿਸਟਰੀ, ਜੀ। ਪਰ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਧੱਕਾ ਕਰ ਰਹੀ ਹੈ, ਇਹਨੂੰ ਪਲਾਸਟਿਕ ਦੀ ਕੈਟਾਗਰੀ 'ਚ ਲੈ ਰਹੀ ਹੈ, ਜਦ ਕਿ ਸਾਡਾ ਪਲਾਸਟਿਕ 'ਚ ਨਹੀਂ ਹੈਗਾ। ਫਿਰ ਅਸੀਂ ਕਹਿੰਦੇ ਚਲੋ ਪਲਾਸਟਿਕ ਵੀ ਤੁਸੀਂ ਲੈਣਾ ਲੈ ਲਓ, ਪਰ ਜੋ ਸੈਂਟਰ ਦਾ ਕਾਨੂੰਨ ਹੈ 60 GSM ਨੋਨ ਵੂਮਨ ਤੇ 75 ਮਾਈਕਰੋਨ ਪਲਾਸਟਿਕ, ਅਸੀਂ ਕਹਿੰਦੇ ਜੋ ਸੈਂਟਰ ਦਾ ਕਾਨੂੰਨ ਹੈ ਸਾਨੂੰ ਉਹ ਲਾਗੂ ਕਰ ਦਿਓ ਤਾਂ ਕਿ ਸਾਡਾ ਲਾਈਵਲੀਹੁੱਡ ਚੱਲਦਾ ਰਹੇ, ਸਾਡੇ ਬੱਚਿਆਂ ਦੀ ਰੋਟੀ ਚੱਲਦੀ ਰਹੇ। ਸਾਡੇ ਨਾਲ ਅੱਗੋਂ ਡਾਇਰੈਕਟ ਇੰਡਾਇਰੈਕਟ ਇੰਨੇ ਵਪਾਰੀ ਜੁੜੇ ਨੇ, ਲੇਬਰ ਜੁੜੀ ਹੈ, ਪ੍ਰਿੰਟਰ ਨੇ, ਸ਼ਾਹੀਆਂ ਵਾਲੇ ਨੇ, ਮਸ਼ੀਨਾਂ ਵਾਲੇ ਨੇ, ਰਿਕਸ਼ੇ ਵਾਲੇ ਨੇ, ਆਟੋ ਰਿਕਸ਼ਾ ਵਾਲੇ ਨੇ, ਕਿੰਨੀ ਇਨਵੋਲਵਮੈਂਟ ਹੁੰਦੀ ਹੈ ਇੱਕ ਫੈਕਟਰੀ ਚਲਾਉਣ 'ਚ। ਬਿਜਲੀ ਦੇ ਬਿੱਲ ਅਸੀਂ ਦਿੰਦੇ ਹਾਂ, GST ਅਸੀਂ ਦਿੰਦੇ ਹਾਂ 18%, ਤੇ ਪਰ ਸਰਕਾਰ ਆਪਣਾ ਵੀ ਰੈਵਨਿਊ ਨੁਕਸਾਨ ਕਰ ਰਹੀ ਹੈ ਤੇ ਨਾਲ ਸਾਡਾ ਵੀ ਨੁਕਸਾਨ ਕਰ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਜਿੰਨੀਆਂ ਸਾਡੀਆਂ ਨੇਬਰਿੰਗ ਸਟੇਟ ਆਲ ਓਵਰ ਇੰਡੀਆ ਚੱਲ ਰਿਹਾ ਨੋਨ ਵੂਮਨ ਫੈਬਰਿਕ। ਜੀ। ਔਰ ਆਪਣੇ ਨੇਬਰਿੰਗ ਸਟੇਟਾਂ ਸਾਡੇ ਕੋਲ ਆਰਡਰ ਨੇ, ਹਰਿਆਣੇ ਦੇ ਆਰਡਰ ਨੇ, ਹਿਮਾਚਲ ਦੇ ਆਰਡਰ ਨੇ, ਕੋਈ ਜਿਹੜਾ ਪੰਜਾਬ ਹੀ ਮੇਨ ਸੂਬਾ ਹੈ ਜਾਂ ਲੁਧਿਆਣਾ ਹੀ ਮੇਨ ਲੀਡਿੰਗ ਇੰਡਸਟਰੀ ਹੈ ਜਿਹੜੀ ਸਾਰੀਆਂ ਸਟੇਟਾਂ ਦੀ ਸਪਲਾਈ ਹੋ ਰਹੀ ਹੈ, ਉਹ ਸਾਡਾ ਬਿਲਕੁਲ ਚੌਪਟ ਹੋ ਗਿਆ ਕੰਮ ਅੱਜ ਦੀ ਡੇਟ 'ਚ, ਬਿਲਕੁਲ ਚੌਪਟ। ਤੁਸੀਂ ਕਾਗਜ਼ ਵੀ ਦਿਖਾ ਰਹੇ ਸੀ, ਉਹ ਵੀ ਥੋੜਾ ਜਿਹਾ ਇਹ ਦੇਖੋ ਨਾ ਜੀ, ਦੇਖੋ ਦਿੱਲੀ ਚੱਲ ਰਿਹਾ ਹੈ, ਪੰਜਾਬ ਹਰਿਆਣਾ ਚੱਲ ਰਿਹਾ ਹੈ, ਹਿਮਾਚਲ ਚੱਲ ਰਿਹਾ ਹੈ, ਰਾਜਸਥਾਨ ਚੱਲ ਰਿਹਾ ਹੈ, J&K ਚੱਲ ਰਿਹਾ ਹੈ। ਪੂਰੇ ਹਿੰਦੁਸਤਾਨ 'ਚ ਕਿਧਰੇ ਬੈਨ ਨਹੀਂ। ਇੱਕ ਮਹਾਰਾਸ਼ਟਰ ਬੈਨ ਸੀ, ਉਹਨਾਂ ਨੇ ਵੀ 3 ਨਵੰਬਰ ਨੂੰ ਖੋਲ੍ਹਤਾ ਜੀ ਨੋਨ ਵੂਮਨ ਫੈਬਰਿਕ ਨੂੰ, ਪਰ ਆਪਣੀ ਸਰਕਾਰ ਹੈ ਸੁੱਤੀ ਪਈ ਹੈ। ਅਸੀਂ ਕਿੰਨੀਆਂ ਮੀਟਿੰਗਾਂ ਕਰ ਚੁੱਕੇ ਹਾਂ, ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ। ਭਾਈ ਇੱਕ ਨਾਲ ਕਾਗਜ਼ ਤੁਸੀਂ ਦਿਖਾਉਂਦੇ ਸੀ ਕੋਈ ਸਰਕਾਰ? ਇਹ ਮਿਨਿਸਟਰੀ ਆਫ ਟੈਕਸਟਾਈਲ ਦਾ ਹੈਗਾ ਜੀ, ਜਿੰਦੇ ਦੇਖੋ ਕਲੋਥ ਦੀ ਡੈਫੀਨੇਸ਼ਨ ਕਲੀਅਰ ਹੈ ਜੀ, ਜਿੰਦੇ ਉਹਨੇ ਕਲੀਅਰ ਲਿਖਿਆ ਵੋਵਨ ਤੇ ਨੋਨ ਵੋਵਨ ਜਿਹੜਾ ਫੈਬਰਿਕ ਹੈ, ਪਰ ਆਪਣੀ ਸਰਕਾਰ ਪੜ੍ਹੇ ਲਿਖੇ ਅਫਸਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਵੀ ਇਹ ਫੈਬਰਿਕ ਹੈ, ਉਹ ਇਹਨੂੰ ਅੱਜ ਵੀ ਪਲਾਸਟਿਕ ਦੀ ਕੈਟਾਗਰੀ 'ਚ ਲੈ ਰਿਹਾ। ਉਸ ਤੋਂ ਬਾਅਦ DKT ਐਕਸੀਲੈਂਸ ਆਫ ਨੋਨ ਵੋਵਨ ਦੀ ਹੈਗੀ ਹੈ ਜੀ, ਉਹਦੀ ਰਿਪੋਰਟ ਹੈ ਜਿੰਦੇ ਕਲੀਅਰ ਲਿਖਿਆ ਹੈ ਪੋਲੀ ਪ੍ਰੋਪਲੀਨ ਫੈਬਰਿਕ ਆਰ ਬੇਸਿਕਲੀ ਟੈਕਸਟਾਈਲ ਮਟੀਰੀਅਲਸ। ਹੁਣ ਅਸੀਂ ਤਾਂ ਪ੍ਰੂਫ ਦੇ ਸਕਦੇ ਹਾਂ ਜੀ, ਉਹਨੂੰ ਮੰਨਣਾ ਨਾ ਮੰਨਣਾ ਤਾਂ ਸਰਕਾਰ ਦੇ ਹੱਥ ਹੈ। ਔਰ ਨਾਲੇ ਦੋਗਲਾ ਵਿਵਹਾਰ ਕਰ ਰਹੀ ਆ, ਜਾਂ ਤਾਂ ਦਿੱਲੀ ਵੀ ਬੰਦ ਕਰ ਦਿਓ, ਆਪਾਂ ਦਿੱਲੀ ਮਾਡਲ ਔਰ ਪੰਜਾਬ ਮਾਡਲ ਨੂੰ ਇੱਕੋ ਸਟੇਜ ਤੇ ਲੈ ਕੇ ਆਈਏ ਨਾ, ਜਾਂ ਤਾਂ ਦਿੱਲੀ ਬੰਦ ਕਰੋ ਤੇ ਜਾਂ ਫਿਰ ਪੰਜਾਬ 'ਚ ਵੀ ਚਲਾਓ। ਸੋ ਕੀ ਮੰਨਦੇ ਹੋ ਜਿਹੜਾ ਕਿ 8 ਮਹੀਨੇ ਹੋਏ ਆ ਸਰਕਾਰ ਆਈ ਨੂੰ, ਕਾਬਜ਼ ਆ ਪੰਜਾਬ ਦੇ ਵਿੱਚ, ਕਿੱਦਾਂ ਦੇਖਦੇ ਹੋ ਪੂਰੀ ਸਰਕਾਰ ਦੀਆਂ ਰਣਨੀਤੀਆਂ ਨੂੰ, ਉਹਨਾਂ ਦੇ ਕੰਮਕਾਜ ਨੂੰ, ਕਾਰਜਕਾਲ ਨੂੰ?
ਪੂਰਾ ਥੋੜ੍ਹਾ ਜਿਹਾ। ਓਵਰਆਲ ਤਾਂ ਦੇਖੋ ਜੀ, ਹਾਲੇ ਤੱਕ ਜੋ ਰਿਸਪੌਂਸ ਹੈ ਸਰਕਾਰ ਦਾ, ਕੱਲਾ ਸਾਡਾ ਪਲਾਸਟਿਕ ਦਾ ਚਲੋ ਬੈਨ ਕਰਨ ਜਾਂ ਰੋਲੇ ਰੱਪੇ ਕਾਰਨ ਡਿਸਟਰਬ ਹੈ, ਪਰ ਵਪਾਰ ਸਾਰਾ ਹੀ ਪੰਜਾਬ 'ਚ ਬਹੁਤ ਡਾਊਨ ਹੈ ਜੀ। ਕੋਈ ਵੀ ਇੰਡਸਟਰੀ ਨਹੀਂ ਚੱਲੀ, ਚਾਹੇ ਉਹ ਸਾਈਕਲ ਇੰਡਸਟਰੀ ਹੈ, ਚਾਹੇ ਉਹ ਟੈਕਸਟਾਈਲ ਹੈ, ਚਾਹੇ ਆਟੋ ਪਾਰਟ ਹੈ, ਚਾਹੇ ਸਾਈਕਲ ਪਾਰਟ ਹੈ, ਸਾਰਾ ਹੀ ਇਸ ਵੇਲੇ ਵਪਾਰ ਡਾਊਨ ਹੈ। ਕੋਈ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਸਾਫ਼ ਨਜ਼ਰ ਆ ਰਹੀਆਂ, ਵਪਾਰੀ ਦੇ ਅਗੇਂਸਟ ਨੇ। ਵਪਾਰੀ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਧ ਪਰੇਸ਼ਾਨ ਹੈ। ਸਾਨੂੰ ਹੋਰ ਸੂਬੇ ਬੁਲਾ ਰਹੇ ਹੋ, ਕਹਿੰਦੇ ਅਸੀਂ ਸਬਸਿਡੀ ਦਿੰਦੇ ਹਾਂ, ਪਰ ਅਸੀਂ ਘਰ-ਬਾਰ ਛੱਡਣਾ ਨਹੀਂ ਚਾਹੁੰਦੇ ਵੀ ਅਸੀਂ ਪੰਜਾਬ 'ਚ ਹਾਂ। ਘਰ-ਬਾਰ ਛੱਡਣੇ ਬਹੁਤ ਔਖੇ ਹੁੰਦੇ ਆ ਵੀ ਸਾਡੀ ਆਪਣੀ ਸਰਕਾਰੀ ਮੰਨ ਜਾਵੇ, ਇਸ ਕਰਕੇ ਅਸੀਂ ਜ਼ੋਰ ਲਾ ਰਹੇ ਹਾਂ ਔਰ ਅਸੀਂ ਵੱਧ ਤੋਂ ਵੱਧ ਜ਼ੋਰ ਲਾਵਾਂਗੇ। ਸਾਨੂੰ ਰੋਜ਼ ਬਹਿਣਾ ਪਿਆ, ਰੋਜ਼ ਬੈਠਾਂਗੇ। ਸਰਕਾਰ ਅੱਗੇ ਸਾਡੀ ਇਹੀ ਅਪੀਲ ਹੈ ਵੀ ਜੋ ਬਾਕੀ ਰਾਜਾਂ 'ਚ ਚੱਲ ਰਿਹਾ, ਜੋ ਸੈਂਟਰ ਨੇ ਮਾਨਿਅਤਾ ਕੀਤਾ, ਉਹ ਕਾਨੂੰਨ ਸਾਨੂੰ ਵੀ ਦੇ ਦੇਣ ਤਾਂ ਕਿ ਸਾਡਾ ਲਾਈਵਲੀਹੁੱਡ ਚੱਲ ਸਕੇ, ਸਾਡੇ ਬੱਚੇ ਦੀ ਰੋਟੀ ਚੱਲ ਸਕੇ। ਸੋ ਸਾਡੇ ਦਿਲ ਤੋਂ ਪੁੱਛ ਸੱਜਣਾ, ਅਸੀਂ ਕਿੰਜ ਪਰਦੇਸੀ ਹੋਏ। ਬਹੁਤ ਦੇਰ ਪਹਿਲਾਂ ਗਾਣਾ ਗਾ ਦਿੱਤਾ ਗਿਆ ਸੀ, ਜਿਹੜੇ ਅਸੀਂ ਆਪਣੇ ਬੱਚੇ ਵਿਦੇਸ਼ਾਂ 'ਚ ਭੇਜ ਰਹੇ ਆ, ਉਹਦਾ ਇੱਕੋ ਕਾਰਨ ਮਾਨ ਸਾਹਿਬ ਆ ਵੀ ਆ। ਤੁਸੀਂ ਕਹਿੰਦੇ ਆ ਵਿਦੇਸ਼ਾਂ ਤੋਂ ਲੋਕ ਇੱਥੇ ਪੜ੍ਹਨ ਆਉਣਗੇ, ਪਰ ਸਾਡੇ ਤਾਂ ਇੱਥੋਂ ਕੰਮਕਾਰ ਛੱਡ ਕੇ ਦੂਜੇ ਸੂਬਿਆਂ 'ਚ ਜਾ ਰਹੇ ਨੇ। ਉਹ ਕਿਹੜੇ ਕੰਮਕਾਰ ਆ ਜਿਹੜੇ ਦੂਜੇ ਸੂਬਿਆਂ 'ਚ ਜਾ ਕੇ ਕਰਨਗੇ, ਆਪਣਾ ਪਰਿਵਾਰ ਛੱਡ ਕੇ? ਪਹਿਲਾਂ ਸਾਡੇ ਪੁੱਤ ਬਾਹਰ ਜਾਣਗੇ, ਫਿਰ ਜਿਹੜੇ ਘਰ ਦੇ ਸਰਮਾਏਦਾਰ ਉਹ ਦੂਜੇ ਸਟੇਟਾਂ 'ਚ ਜਾਣਗੇ, ਤਾਂ ਫਿਰ ਘਰ ਕੌਣ ਸੰਭੂਗਾ? ਸੋ ਮਾਨ ਸਾਹਿਬ ਬਹੁਤ ਜ਼ੋਰ ਦੇ ਕੇ ਤੁਹਾਨੂੰ ਕਹਿੰਦੇ ਆ ਕਿ ਵਪਾਰੀ ਲੋਕਾਂ ਦੀ ਗੱਲ ਸੁਣੋ। ਜਿਹੜਾ ਅਰਥ ਨੂੰ ਸਹੀ ਰੱਖਣਾ, ਸਾਡੀ ਧਰਤੀ ਨੂੰ ਸਹੀ ਰੱਖਣਾ, ਉਹ ਵੀ ਜ਼ਰੂਰੀ ਆ, ਪਰ ਉਹਦੇ ਲਈ ਰਸਤਾ ਕੱਢਣਾ ਜ਼ਰੂਰੀ ਆ, ਨਾ ਕਿ ਸਾਰੇ ਪਾਸੇ ਰਸਤਾ ਬੰਦ ਕਰਨਾ। ਸੋ ਅਸੀਂ ਵੀ ਤੁਹਾਨੂੰ ਇਹ ਗੁਜ਼ਾਰਿਸ਼ ਕਰਾਂਗੇ, ਇਹ ਜਿਹੜੇ ਪਰਿਵਾਰ ਇੱਥੇ ਖੜੇ ਨੇ, ਇੰਡਸਟਰੀਅਲਿਸਟ ਖੜੇ ਨੇ, ਜਿਨ੍ਹਾਂ ਦੇ ਨਾਲ ਬਹੁਤ ਸਾਰੇ ਪਰਿਵਾਰਾਂ ਦਾ ਢਿੱਡ ਜੁੜਿਆ ਆ, ਬਹੁਤ ਸਾਰੇ ਪਰਿਵਾਰਾਂ ਦੇ ਘਰ ਜੁੜੇ ਆ, ਛੋਟੇ ਛੋਟੇ ਰੋਜ਼ਗਾਰ ਆ, ਘਰਾਂ ਦੇ ਵਿੱਚੋਂ ਚਲਾਉਂਦੇ ਨੇ। ਇਹਨਾਂ ਦੀ ਬਹੁਤ ਉਮੀਦਾਂ ਨੇ ਤੁਹਾਡੇ ਤੋਂ, ਕਿਉਂਕਿ ਪੰਜਾਬ ਦੇ ਪੁੱਤ ਹੋਣ ਦਾ ਵਾਅਦਾ ਕੀਤਾ ਸੀ, ਅਤੇ ਪੰਜਾਬ ਦੇ ਪੁੱਤ ਤੁਹਾਡੇ ਤੋਂ ਅੱਜ ਆਪਣੇ ਕੰਮ ਕਰਨ ਲਈ ਭੀਖ ਮੰਗ ਰਹੇ ਇੱਕ ਤਰ੍ਹਾਂ। ਸੋ ਅਸੀਂ ਵੀ ਇਹੀ ਕੰਮ ਕਵਾਂਗੇ ਕਿ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ, ਇੱਦਾਂ ਦਾ ਢਾਂਚਾ ਬਣਾਇਆ ਜਾਵੇ ਜਿਹਦੀ ਗਰੀਮਾਂ ਮਹੀਨੇ ਦੇ ਵਿੱਚ ਹੀ ਪਾਸ ਹੋਈ ਜਾਵੇ, ਚੈੱਕ ਕੀਤੇ ਜਾਣ ਜਿਹੜੀਆਂ ਇਹਨਾਂ ਦੀਆਂ ਲੈਟਰ ਜਿਹੜੇ ਸਰਕਾਰੀ ਇਹਨਾਂ ਦੇ ਹੱਥਾਂ ਵਿੱਚ ਆ, ਉਹਨੂੰ ਚੰਗੀ ਤਰ੍ਹਾਂ ਰੀਡ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਵੀ ਇਨਸਾਫ ਮਿਲ ਸਕੇ, ਇਹਨਾਂ ਦੇ ਵੀ ਪਰਿਵਾਰ ਚੱਲ ਸਕਣ, ਅਤੇ ਨਾਲ ਜਿਹੜੇ ਇਹਨਾਂ ਦੇ ਅੰਡਰ ਕੰਮ ਕਰਦੇ ਆ ਉਹਨਾਂ ਦਾ ਵੀ ਪਰਿਵਾਰ ਚੱਲ ਸਕੇ। ਸੋ ਮਾਨਯੋਗ SDM ਗੁਰਸਿਮਰਨ ਢਿੱਲੋਂ ਜੀ ਇੱਥੇ ਪਹੁੰਚ ਚੁੱਕੇ ਨੇ, ਜਿਹੜੇ ਕਿ ਹੈ ਟੈਕਸਟਾਈਲ ਜਿਹੜੇ ਕਿ ਇੱਥੇ ਵਪਾਰੀ ਉਹਨਾਂ ਵੱਲੋਂ ਜਿਹੜੀ ਕਿ ਅਪੀਲ ਕੀਤੀ ਜਾ ਰਹੀ ਸੀ, ਉਹਨਾਂ ਵੱਲੋਂ ਜਿਹੜਾ ਕਿ ਮੈਮੋਰੈਂਡਮ ਲੈ ਲਿਆ ਆ। ਸੋ ਢਿੱਲੋਂ ਸਾਹਿਬ ਨਾਲ ਵੀ ਗੱਲ ਕਰਾਂਗੇ, ਜਿਹੜੇ SDM ਸਾਡੇ ਮਾਨਯੋਗ SDM ਸਾਹਿਬ, ਉਹਨਾਂ ਨਾਲ ਗੱਲ ਕਰਾਂਗੇ। ਸੋ ਸਰ, ਇੱਥੇ ਵਪਾਰੀਆਂ ਦੀ ਸੁਣਨ ਆਏ ਹੋ, ਗੱਲ ਸੁਣਾਏ ਸਰ, ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਦਿਖਾਈਆਂ ਕਿ ਜਿਹੜੀਆਂ ਬਾਕੀ ਸਟੇਟਾਂ ਵਿੱਚ ਲਾਗੂ ਆ, ਪਰ ਇੱਥੇ ਜਿਹੜੀਆਂ ਕਿ ਬੰਦ ਕੀਤੀਆਂ ਗਈਆਂ ਨੇ, ਜਿਨ੍ਹਾਂ ਨਾਲ ਬਹੁਤ ਸਾਰੇ ਪਰਿਵਾਰਾਂ ਦਾ ਰੋਜ਼ਗਾਰ ਖਤਮ ਹੋ ਰਿਹਾ ਜੀ। ਇਹਦੇ ਵਿੱਚ ਨਾਨ ਵੋਵਨ ਬੈਗਸ ਨੂੰ ਲੈ ਕੇ ਜਿਹੜਾ ਆ ਇਹਨਾਂ ਨੇ ਹੁਣੇ ਮੇਰੇ ਧਿਆਨ 'ਚ ਲਿਆਂਦਾ, ਤੇ ਕੁਝ ਰੈਫਰੈਂਸ ਡਾਕੂਮੈਂਟਸ ਦਿੱਤੇ ਨੇ ਸੈਂਟਰਲ ਗਵਰਨਮੈਂਟ ਦੀਆਂ, ਕੁਝ ਨੋਟੀਫਿਕੇਸ਼ਨਸ ਹੈਗੀਆਂ, ਕੁਝ ਅਦਰ ਸਟੇਟ ਗਵਰਨਮੈਂਟਸ ਦੀਆਂ ਹੈਗੀਆਂ ਜੀ। ਤੇ ਮੈਂ ਇਹਨੂੰ ਮਾਨਯੋਗ DC ਸਾਹਿਬ ਨਾਲ ਡਿਸਕਸ ਕਰਕੇ ਤੇ ਜੋ ਸਾਇੰਟੀਫਿਕ ਸੋਲੂਸ਼ਨ ਇਹਦਾ ਹੈਗਾ ਉਹ ਅਸੀਂ ਗਵਰਨਮੈਂਟ ਲੈਵਲ ਤੋਂ ਜਿਹੜਾ ਉਹ ਕਰਾਵਾਂਗੇ ਜੀ। ਸਰ, ਇਹਨਾਂ ਦੇ ਕੋਲ ਇੱਕ ਬਹੁਤ ਸਾਰੀਆਂ ਪਰੇਸ਼ਾਨੀਆਂ ਇਹ ਵੀ ਹੈ, ਇਹਨਾਂ ਦੇ ਕੋਲੋਂ ਜੇ ਕਿਲੋ ਵੀ ਲਿਫਾਫਾ ਪਕੜਿਆ ਜਾਂਦਾ ਤਾਂ ਬਹੁਤ ਸਾਰੇ ਵੱਡੇ ਜਿਹੜੇ ਕਿ ਇਹਨਾਂ ਦੇ ਚਾਰਜਿਸ ਪਾ ਦਿੱਤੇ ਜਾਂਦੇ ਨੇ। ਥੋੜ੍ਹੀ ਇਹਦੇ 'ਚ ਰੋਕਥਾਮ ਨਹੀਂ ਲੱਗਣੀ ਚਾਹੀਦੀ, ਜਿਹੜੇ ਕੋਈ ਅਵੇਅਰ ਨਹੀਂ ਹੈਗੇ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ, ਪਰ ਉਹਨਾਂ ਨੂੰ ਜਿਹੜੇ ਜੁਰਮਾਨੇ, ਇੱਕ ਤਾਂ ਅੱਗੇ ਵਪਾਰ ਬੰਦ ਹੋ ਗਿਆ, ਇੱਕ ਅੱਗੇ ਹੋਰ ਉਹਨਾਂ ਨੂੰ ਢਾਹ ਲਾਉਣ ਵਾਲਾ ਜਿਹੜਾ ਪੰਜਾਬ ਦੇ ਵਿੱਚ ਇਸ ਟਾਈਮ ਕਾਫੀ ਕੰਮ ਨੂੰ ਢਾਹ ਲੱਗੀ ਹੋਈ ਹੈ। ਇਹਦੇ ਵਿੱਚ ਤਾਂ ਜੇ ਚਲਾਨਿੰਗ ਵਗੈਰਾ ਹੁੰਦੀ ਹੈ ਤੇ ਉਹ ਐਜ਼ ਪਰ ਰੂਲ ਕੀਤੀ ਜਾਣੀ ਹੈ। ਅਵੇਅਰਨੈਸ ਹੋਰ ਕਰਵਾਉਣ ਦੀ ਲੋੜ ਹੈਗੀ ਹੈ, ਉਹ ਅਸੀਂ ਜ਼ਰੂਰ ਕਾਰਪੋਰੇਸ਼ਨ ਤੇ ਪੋਲਿਊਸ਼ਨ ਬੋਰਡ ਨਾਲ ਡਿਸਕਸ ਕਰਕੇ ਤੇ ਇਹਦੇ ਬਾਰੇ ਅਵੇਅਰਨੈਸ ਡਰਾਈਵ ਵੀ ਅਗਲੇ ਦਿਨਾਂ 'ਚ ਹੋਰ ਤੇਜ਼ੀ ਨਾਲ ਕਰਵਾਵਾਂਗੇ। ਜਿੱਥੋਂ ਤੱਕ ਬੈਨ ਦਾ ਸੰਬੰਧ ਹੈਗਾ, ਕਿਉਂਕਿ ਗਵਰਨਮੈਂਟ ਲੈਵਲ ਤੇ ਲਿਆ ਗਿਆ ਡਿਸੀਜਨ ਹੈ, ਤੇ ਇਹਨਾਂ ਦੇ ਕੰਸਰਨਸ ਅਸੀਂ ਗਵਰਨਮੈਂਟ ਲੈਵਲ ਤੇ ਹਾਈਲਾਈਟ ਕਰ ਦਿਆਂਗੇ, ਤੇ ਜੋ ਵੀ ਸੋਲੂਸ਼ਨ ਹੈਗਾ ਉਹ ਗਵਰਨਮੈਂਟ ਕਰੇਗੀ ਜੀ। ਸਰ, ਤੁਸੀਂ ਤੁਹਾਡੇ ਤੇ ਹੀ ਮਾਣ ਹੁੰਦਾ ਹੈ, ਇੱਕ ਅਫਸਰ ਹੀ ਸਰਕਾਰ ਨੂੰ ਸਮਝਾ ਸਕਦਾ, ਕਿਉਂਕਿ ਪਬਲਿਕ ਉੱਥੇ ਜਾ ਕੇ ਸਮਝਾਉਣ ਨਾਲ ਫਿਰ ਗੱਲ ਅਫਸਰਾਂ ਤੇ ਆਉਂਦੀ ਹੈ। ਕਦ ਤੱਕ ਉਮੀਦ ਤੁਹਾਡੇ ਤੋਂ ਰੱਖ ਲੈਣ ਕਿ ਇਹਨਾਂ ਨੂੰ ਤੁਸੀਂ ਇੱਕ ਨਿਰਪੱਖ ਜਿਹੜੀ ਜਾਂਚ ਕਰਾ ਕੇ ਜਲਦ ਤੋਂ ਜਲਦ ਕਦ ਤੱਕ ਇਹਨਾਂ ਦੇ ਵਪਾਰ ਚੱਲ ਸਕਦੇ? ਬਿਲਕੁਲ, ਮੈਨੂੰ ਇਹਨਾਂ ਨੇ ਜਿਹੜੇ ਡਾਕੂਮੈਂਟਸ ਦਿੱਤੇ ਨੇ, ਇਹਨਾਂ ਨੂੰ ਹੁਣ ਅਸੀਂ ਆਫਿਸ ਜਾ ਕੇ ਐਗਜ਼ਾਮਿਨ ਕਰਕੇ ਤੇ ਇਹਨਾਂ ਨਾਲ ਡਿਸਕਸ ਕਰਕੇ ਤੇ ਮੋਸਟ ਲਾਈਕਲੀ ਅੱਜ ਹੀ ਅਸੀਂ ਜਿਹੜਾ ਇਹਨਾਂ ਦਾ ਪ੍ਰਪੋਜ਼ਲ ਫਾਰਵਰਡ ਕਰ ਦਾਂਗੇ ਗਵਰਨਮੈਂਟ ਨੂੰ। ਥੈਂਕ ਯੂ। ਸੋ ਸਾਡੇ ਨਾਲ ਜਿਹੜੇ ਕਿ SDM ਸਰ ਜੀ, ਉਹਨਾਂ ਨੇ ਬਹੁਤ ਅੱਛੇ ਜਵਾਬ ਦਿੱਤੇ ਆ ਕਿ ਉਹਨਾਂ ਦੇ ਇੱਕ ਅਫਸਰ ਦੇ ਉੱਤੇ ਹੀ ਸਾਰਾ ਜਿਹੜਾ ਕਿ ਪ੍ਰੈਸ਼ਰ ਹੁੰਦਾ ਆ, ਇੱਕ ਅਫਸਰ ਦੇ ਉੱਤੇ ਹੀ, ਸੂਝਵਾਨ ਅਫਸਰ ਦੇ ਹੱਥ ਹੀ ਸਾਰਾ ਕੁਝ ਹੁੰਦਾ। ਸੋ ਦੇਖਦੇ ਹਾਂ ਅਸੀਂ ਵੀ ਕਦ ਤੱਕ ਇਹ ਵਪਾਰੀ ਜਿਹੜੇ ਕਿ ਆਪਣੇ ਰੋਜ਼ਗਾਰ ਤੇ ਦੁਬਾਰਾ ਰੋਜ਼ਗਾਰ ਕਰ ਸਕਣਗੇ। ਸੋ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਪ੍ਰਾਈਮ ਨਿਊਜ਼ ਚੈਨਲ। ਕੈਮਰਾਮੈਨ ਦਲੇਰ ਦੇ ਨਾਲ ਮਨੋਜ ਹੀਰਾ।